Hello students, I am Sukhinder Kaur from Department of Economics, GDST College हरियाणा ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਇਨਡਾਇਰੈਕਟ ਟੈਕਸ ਕਰਾਂਗੇ। ਇਨਡਾਇਰੈਕਟ ਟੈਕਸ ਇੱਕ ਜਿਸ ਤਰ੍ਹਾਂ ਅਸੀਂ ਟੈਕਸਸ ਦੀਆਂ ਟਾਈਪਸ ਹੀ ਕਰਦੇ ਪਏ ਹਾਂ। ਟਾਈਪਸ ਆਪਾਂ ਕਰਦੇ ਪਏ ਹਾਂ, ਸਿੰਗਲ ਮਲਟੀਪਲ ਟੈਕਸੇਸ਼ਨ ਕਰ ਲਿਆ, ਪ੍ਰੋਫੈਸ਼ਨਲ, ਪ੍ਰੋਗਰੈਸਿਵ, ਰਿਗਰੈਸਿਵ ਅਤੇ ਡੀਗਰੈਸਿਵ ਜਿਹੜੇ ਟੈਕਸ ਡਾਇਰੈਕਟ ਟੈਕਸ ਦੀ ਟਾਈਪ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਇਨਡਾਇਰੈਕਟ ਟੈਕਸ ਦੀ ਜਿਹੜੀ ਗੱਲ ਕਰਾਂਗੇ। ਇਨਡਾਇਰੈਕਟ ਟੈਕਸ ਜਿਹੜੀ ਆਪਾਂ ਥੋੜ੍ਹੀ ਜਿਹੀ ਗੱਲ ਕੀਤੀ ਵੀ ਸੀ। Indirect tax is imposed on one person but paid partly or wholly by another. Means ਇਹ ਉਹ ਟੈਕਸ ਹੁੰਦਾ ਜਿਹੜਾ ਪੇ ਕਰਦਾ ਉਹ ਅਸਲ 'ਚ ਉਹਦਾ ਬਰਡਨ ਸਹਿਣ ਨਹੀਂ ਕਰਦਾ, ਪੂਰੇ ਦਾ ਪੂਰਾ ਬਰਡਨ ਉਹ ਆਪ ਸਹਿਣ ਨਹੀਂ ਕਰਦਾ। Indirect taxes are those taxes which are shifted and incidence of which is on the other than the original payers. ਮੀਨਸ ਜਿਸ ਤਰ੍ਹਾਂ ਅਸੀਂ ਡਾਇਰੈਕਟ ਟੈਕਸ ਕੀਤੇ ਸੀ ਕਿ ਉਹਦੇ ਵਿੱਚ ਫਾਈਨਲ ਬਰਡਨ ਵੀ ਉਹੀ ਸਹਿਣ ਕਰਦਾ ਜੋ ਪੇ ਕਰਦਾ, ਪਰ ਇਨਡਾਇਰੈਕਟ ਟੈਕਸਿਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ ਵਿੱਚ ਟੈਕਸ ਪੇ ਕਰਨ ਵਾਲਾ ਕੋਈ ਹੋਰ ਹੁੰਦਾ ਅਤੇ ਉਹਦਾ ਫਾਈਨਲ ਬਰਡਨ ਜਿਹੜਾ ਸਹਿੰਦਾ ਉਹ ਕੋਈ ਹੋਰ ਹੁੰਦਾ। ਜਿਸ ਤਰ੍ਹਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਆਪਾਂ ਦੇਖ ਸਕਦੇ ਹਾਂ ਕਿ ਇੱਕ ਸ਼ੋਪਕੀਪਰ ਹੈਗਾ, ਉਹ ਪੇ ਕਰਦਾ ਪਿਆ ਟੈਕਸ, ਬਟ ਫਾਈਨਲੀ ਉਹ ਆਪ ਉਹਦਾ ਬਰਡਨ ਸਹਿਣ ਨਹੀਂ ਕਰਦਾ, ਉਸ ਟੈਕਸ ਨੂੰ ਉਹ ਆਪਣੇ ਕਸਟਮਰਸ ਤੋਂ ਚਾਰਜ ਕਰ ਲੈਂਦਾ। ਇਸ ਲਈ ਇਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਆਰੰਭਿਕ ਭਾਰ ਆ, ਜਿਹੜਾ ਇੰਪੈਕਟ ਆ ਉਹ ਇੱਕ ਮਨੁੱਖ 'ਤੇ ਪੈਂਦਾ, ਪਰ ਜਿਹੜਾ ਆਖਰੀ ਭਾਰ ਆ ਉਹਦਾ ਜਿਹੜਾ ਇੰਸੀਡੈਂਸ ਆ ਉਹ ਕਿਸੇ ਹੋਰ ਦੇ ਉੱਤੇ ਹੁੰਦਾ। ਔਰ ਇਹਦੇ ਵਿੱਚ ਸੇਲਸ ਟੈਕਸ, ਐਕਸਾਈਜ਼ ਡਿਊਟੀ ਅਤੇ ਕਸਟਮ ਡਿਊਟੀਜ਼ ਜਿਹੜੀਆਂ ਆ ਉਹ ਇਹ ਇਨਡਾਇਰੈਕਟ ਟੈਕਸ ਦੀਆਂ ਉਦਾਹਰਨਾਂ ਆ ਇੰਡੀਆ ਦੇ ਵਿੱਚ। ਪ੍ਰੋਫੈਸਰ JS ਮਿਲ ਨੇ ਕਿਹਾ ਸੀਗਾ ਕਿ ਇੱਕ ਪ੍ਰਤੱਖ ਕਰ ਇੱਕ ਮਨੁੱਖ 'ਤੇ ਲਗਾਇਆ ਜਾਂਦਾ ਜਿਸ ਨੇ ਪਹਿਲਾਂ ਹੀ ਵਿਚਾਰ ਕਰ ਲਿਆ ਹੋਵੇ ਕਿ ਉਹ ਆਪਣੀ ਹਾਨੀ ਨੂੰ ਦੂਜੇ ਤੋਂ ਪੂਰਾ ਕਰ ਲਵੇਗਾ। ਇਸੇ ਤਰ੍ਹਾਂ ਨਤਲ ਮੁਰਾਦ ਕਹਿੰਦੇ ਆ ਕਿ ਪ੍ਰਤੱਖ ਕਰ ਉਹ ਕਰ ਹੈ ਜਿਸ ਨੂੰ ਹਸਤਾਂਤਰਨ ਕੀਤਾ ਜਾ ਸਕਦਾ, ਮੀਨਸ ਟਰਾਂਸਫਰ ਕੀਤਾ ਜਾ ਸਕਦਾ, ਅਤੇ ਜਿਸ ਦਾ ਅਸਲ ਭਾਰ ਕਰ ਦੇਣ ਵਾਲਿਆਂ ਦੀ ਬਜਾਏ ਹੋਰਨਾਂ ਲੋਕਾਂ 'ਤੇ ਪੈਂਦਾ। ਕਰ ਭਾਰ ਜਿਹੜਾ ਪੇ ਕਰਦਾ ਉਹਦੇ 'ਤੇ ਨਹੀਂ ਪੈਂਦਾ, ਕਿਸੇ ਹੋਰ 'ਤੇ ਪੈਂਦਾ। ਅਤੇ ਮੈਰਿਟਸ ਜਿਹੜੇ ਆ ਇਨਡਾਇਰੈਕਟ ਟੈਕਸਿਸ ਦੇ ਆਪਾਂ ਕਰਨ ਜਾ ਰਹੇ ਹਾਂ। ਦੇਖੋ, ਆਪਾਂ ਸਾਰੇ ਜਦੋਂ ਮਾਰਕੀਟ ਦੇ ਵਿੱਚੋਂ ਕੁਛ ਵੀ ਖਰੀਦਦੇ ਹਾਂ ਆਪਾਂ ਉਹਦੇ ਉੱਤੇ ਟੈਕਸ ਪੇ ਕਰਦੇ ਹਾਂ। ਟੈਕਸ ਪੇ ਜਦੋਂ ਅਸੀਂ ਕਰਦੇ ਹਾਂ ਸਾਨੂੰ ਤਾਂ ਕੀ ਪਤਾ ਹੀ ਨਹੀਂ ਹੁੰਦਾ ਆਪਾਂ ਟੈਕਸ ਪੇ ਕੀਤਾ। ਜਦੋਂ ਅਸੀਂ ਇਨਕਮ ਟੈਕਸ ਪੇ ਕਰਦੇ ਹਾਂ ਸਾਨੂੰ ਲੱਗਦਾ ਆਪਾਂ ਟੈਕਸ ਪੇ ਕੀਤਾ, ਅਤੇ ਸਾਨੂੰ ਲੱਗਦਾ ਹੀ ਆ ਕਿ ਆਪਾਂ ਟੈਕਸ ਪੇ ਕੀਤਾ, ਲਾਈਕ ਅਸੀਂ ਟੈਕਸ ਪੇਅਰ ਹਾਂ ਅਤੇ ਲੱਗਦਾ ਜੀ ਕਿ ਅਸੀਂ ਇਨਕਮ ਟੈਕਸ ਜਿਹੜਾ ਉਹ ਦੇ ਰਹੇ ਹਾਂ। ਪਰ ਜਦੋਂ ਅਸੀਂ ਸੇਲਸ ਟੈਕਸ ਦਿੰਦੇ ਹਾਂ ਉਹਦੇ ਵਿੱਚ ਆਪਾਂ ਟੈਕਸ ਦਿੰਦੇ ਹਾਂ ਜਦੋਂ ਅਸੀਂ ਪ੍ਰੋਡਕਟ ਖਰੀਦਦੇ ਹਾਂ, ਕੁਛ ਵੀ ਖਰੀਦਦੇ ਹਾਂ, ਪਰ ਸਾਨੂੰ ਕਦੀ ਲੱਗਦਾ ਨਹੀਂ ਹੈ ਕਿ ਆਪਾਂ ਟੈਕਸ ਪੇ ਕੀਤਾ। ਇਸ ਲਈ ਇਹਦਾ ਸਭ ਤੋਂ ਵੱਡਾ ਗੁਣ ਇਹ ਆ ਕਿ ਇਹ ਸੁਵਿਧਾਜਨਕ ਆ। ਇਹ ਕਰ ਦਿੰਦੇ ਸਮੇਂ ਸਾਨੂੰ ਟੈਕਸ ਪੇ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਕੋਈ ਇਨਕਨਵੀਨੀਅੰਸ ਨਹੀਂ ਹੁੰਦੀ। ਜਦੋਂ ਅਸੀਂ ਚੀਜ਼ਾਂ ਖਰੀਦਦੇ ਹਾਂ ਤਾਂ ਸਾਨੂੰ ਲੱਗਦਾ ਉਹ ਪ੍ਰੋਡਕਟ ਦਾ ਪ੍ਰਾਈਜ਼ ਹੀ ਆ। ਇਹਦੀ ਚੋਰੀ ਜਿਹੜੀ ਸੰਭਵ ਨਹੀਂ ਆ, ਔਖੀ ਆ। ਟੈਕਸ ਇਵੇਜ਼ਨ ਜਿਹੜੀ ਆ ਉਹ ਡਾਇਰੈਕਟ ਟੈਕਸਿਸ ਦੇ ਮੁਕਾਬਲੇ ਤਾਂ ਬਹੁਤ ਘੱਟ ਹੁੰਦੀ ਹੈ, ਈਵਨ ਬਹੁਤ ਘੱਟ ਚਾਂਸਸ ਆ ਇਸ ਟੈਕਸ ਦੇ ਚੋਰੀ ਹੋਣ ਦੇ। ਫਿਰ ਵਰਾਇਟੀ ਆ, ਭਿੰਨਤਾ ਪਾਈ ਜਾਂਦੀ ਆ, ਹਰੇਕ ਮਨੁੱਖ ਨੂੰ ਟੈਕਸ ਦੇਣਾ ਪੈਂਦਾ, ਕਿਸੇ ਨੂੰ ਜ਼ਿਆਦਾ ਕਿਸੇ ਨੂੰ ਘੱਟ। ਜ਼ਰੂਰਤ ਦੀਆਂ ਚੀਜ਼ਾਂ ਦੇ ਉੱਤੇ ਘੱਟ ਟੈਕਸ ਰੱਖਿਆ ਜਾਂਦਾ, ਲਗਜ਼ਰੀ ਗੁੱਡਸ ਦੇ ਉੱਤੇ ਜ਼ਿਆਦਾ ਟੈਕਸ ਰੱਖ ਦਿੱਤਾ ਜਾਂਦਾ। ਇਲਾਸਟਿਕ ਹੁੰਦਾ, ਬੜਾ ਇਲਾਸਟਿਕ ਹੁੰਦਾ। ਕਰ ਦੀ ਦਰ ਬਦਲਣ ਦੇ ਨਾਲ ਆਮਦਨ ਦੀ ਮਾਤਰਾ ਵੀ ਬਦਲ ਸਕਦੇ ਹਾਂ ਆਪਾਂ, ਔਰ ਸੇਲਸ ਟੈਕਸ ਕਦੀ ਵੀ ਘਟਾ ਵਧਾ ਸਕਦੇ ਹਾਂ ਆਪਾਂ। ਪਾਪੂਲਰ ਹੁੰਦੇ ਆ ਕਿਉਂਕਿ ਇਹਨਾਂ ਨੂੰ ਦੇਣਾ ਬਹੁਤਾ ਔਖਾ ਮਹਿਸੂਸ ਨਹੀਂ ਹੁੰਦਾ ਆਪਾਂ ਨੂੰ। ਥੋੜ੍ਹੀ ਇਸ ਮਾਤਰਾ 'ਚ ਆਪਾਂ ਟੈਕਸ ਪੇ ਕਰਦੇ ਹਾਂ ਅਤੇ ਇੱਕ ਤਰ੍ਹਾਂ ਨਾਲ ਇਹ ਕੀਮਤ ਦਾ ਹਿੱਸਾ ਹੀ ਬਣ ਜਾਂਦੇ ਆ। ਚੈੱਕ ਔਨ ਹਾਰਮਫੁਲ ਕੰਜੰਪਸ਼ਨ। ਫਿਰ ਇਹ ਵੀ ਆ ਕਿ ਜਦੋਂ ਸਾਨੂੰ ਲੱਗਦਾ ਕਿ ਕੋਈ ਲਾਈਕ ਸ਼ਰਾਬ, ਕੋਈ ਸਿਗਰਟ, ਆਪਾਂ ਉਹਦਾ ਉਪਯੋਗ ਜਿਹੜਾ ਘੱਟ ਕਰਵਾਉਣਾ ਲੋਕਾਂ ਤੋਂ, ਤਾਂ ਆਪਾਂ ਟੈਕਸ ਰੇਟ ਵਧਾ ਸਕਦੇ ਹਾਂ। ਇਸ ਨਾਲ ਉਹਨਾਂ ਦਾ ਪ੍ਰਾਈਜ਼ ਵਧੂਗਾ। ਜਦੋਂ ਪ੍ਰੋਡਕਟ ਦਾ ਪ੍ਰਾਈਜ਼ ਵਧੇਗਾ ਤਾਂ ਉਹ ਪ੍ਰੋਡਕਟ ਆ ਜਿਹੜਾ ਉਹਦੀ ਡਿਮਾਂਡ ਘਟੇਗੀ, ਮੀਨਸ ਉਹਦਾ ਯੂਜ਼ ਘੱਟ ਜਾਏਗਾ। ਆਪਾਂ ਕਰ ਸਕਦੇ ਹਾਂ, ਬੇਸ਼ੱਕ ਸਾਨੂੰ ਕਦੀ ਇੱਦਾਂ ਲੱਗਦਾ ਕਿ ਕੋਈ ਬਹੁਤਾ ਇਫੈਕਟਿਵ ਮੈਥਡ ਨਹੀਂ, ਇਸ ਤਰ੍ਹਾਂ ਹੁੰਦਾ ਨਹੀਂ ਪਿਆ, ਪਰ ਇਹ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਬਰੋਡ ਬੇਸ ਆ ਕਿਉਂਕਿ ਇਹਦੇ ਵਿੱਚ ਲਗਭਗ ਗਰੀਬ ਅਤੇ ਅਮੀਰ ਸਾਰੇ ਪੇ ਕਰਦੇ ਆ। ਬਿਨਾਂ ਸ਼ੱਕ ਗਰੀਬਾਂ ਦੇ ਜਿਹੜੇ ਗਰੀਬ ਪ੍ਰੋਡਕਟ ਯੂਜ਼ ਕਰਦੇ ਤਕਰੀਬਨ ਉਹ ਸਾਰੇ ਯੂਜ਼ ਕਰਦੇ ਹੁੰਦੇ ਆ। ਮੀਨਸ ਰੋਟੀ, ਕੱਪੜਾ, ਮਕਾਨ ਦੀਆਂ ਜਿਹੜੀ ਬੇਸਿਕ ਜ਼ਰੂਰਤਾਂ ਉਹ ਤਾਂ ਸਭ ਦੀਆਂ ਹੁੰਦੀਆਂ, ਉਹਨਾਂ ਦੇ ਉੱਤੇ ਟੈਕਸ ਰੇਟ ਘੱਟ ਰੱਖਿਆ ਜਾ ਸਕਦਾ, ਅਤੇ ਜਿਹੜੇ ਪ੍ਰੋਡਕਟਸ ਸਿਰਫ ਰਿਚ ਪੀਪਲ ਲੋਕ ਯੂਜ਼ ਕਰਦੇ ਉਹਨਾਂ ਦਾ ਜ਼ਿਆਦਾ ਰੱਖਿਆ ਜਾ ਸਕਦਾ, ਅਤੇ ਸਾਰਿਆਂ ਦੇ ਉੱਤੇ ਲੱਗੇਗਾ। ਇੱਕ ਤਰ੍ਹਾਂ ਨਾਲ ਸਮਾਨਤਾ ਆਏਗੀ, ਅਬਿਲਿਟੀ ਟੂ ਪੇ ਦੇ ਅਕੋਰਡਿੰਗ, ਕਿ
ਉਹ ਪ੍ਰੋਡਕਟਸ ਜਿਹੜੇ ਸਾਰੇ ਯੂਜ਼ ਕਰਦੇ ਆ, ਜਿਹੜੇ ਗਰੀਬ ਲੋਕ ਵੀ ਯੂਜ਼ ਕਰਦੇ ਉਹਨਾਂ 'ਤੇ ਘੱਟ ਰੱਖੀਏ। ਜਿਹੜੇ ਪ੍ਰੋਡਕਟਸ ਸਿਰਫ ਅਮੀਰ ਯੂਜ਼ ਕਰਦੇ ਆ ਉਹਨਾਂ 'ਤੇ ਜ਼ਿਆਦਾ ਟੈਕਸ ਲਗਾ ਕੇ ਇੱਕ ਤਰ੍ਹਾਂ ਨਾਲ ਇਕੁਐਲਿਟੀ ਲਿਆਂਦੀ ਜਾ ਸਕਦੀ ਹੈ। ਉਸ ਤੋਂ ਬਾਅਦ ਪ੍ਰੋਟੈਕਸ਼ਨ ਫਰੋਮ ਦੀ ਫੋਰਨ ਕੰਪੀਟੀਸ਼ਨ। ਫੋਰਨ ਤੋਂ ਆਉਣ ਵਾਲੇ ਪ੍ਰੋਡਕਟਸ ਦੇ ਉੱਤੇ ਵੀ ਆਪਾਂ ਜਦੋਂ ਟੈਕਸ ਲਗਾ ਦਾਂਗੇ, ਸੇਲਸ ਟੈਕਸ ਲਗਾ ਦਾਂਗੇ, ਜਿਹੜੀ ਨੂੰ ਕਹਿ ਰਹੇ ਇੱਥੇ ਅਸੀਂ ਇੰਪੋਰਟ ਡਿਊਟੀ ਕਹਿੰਦੇ ਆ, ਅਤੇ ਉਹਦੇ ਨਾਲ ਉਹਨਾਂ ਦੀ ਕੀਮਤ ਜ਼ਿਆਦਾ ਵੱਧ ਜਾਏਗੀ ਅਤੇ ਉਹਨਾਂ ਦੀ ਡਿਮਾਂਡ ਘਟੇਗੀ। ਮੀਨਸ ਉਹਨਾਂ ਦਾ ਜਿਹੜਾ ਕੰਪੀਟੀਸ਼ਨ ਆ, ਫੋਰਨ ਕੰਪੀਟੀਸ਼ਨ, ਜਿਹੜਾ ਫੋਰਨ ਪ੍ਰੋਡਕਟਸ ਦਾ ਕੰਪੀਟੀਸ਼ਨ ਸਾਡੀ ਡੋਮੈਸਟਿਕ ਮਾਰਕੀਟ ਨੂੰ, ਡੋਮੈਸਟਿਕ ਇੰਡਸਟਰੀ ਨੂੰ ਸਹਿਣ ਕਰਨਾ ਪੈਂਦਾ, ਉਸ ਤੋਂ ਆਪਾਂ ਬਚ ਜਾਂਗੇ। ਹੁਣ ਹੈਗੇ ਨੇ ਡੀਮੈਰਿਟਸ ਆਫ ਦੀ ਇਨਡਾਇਰੈਕਟ ਟੈਕਸਿਸ। ਡੀਮੈਰਿਟਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਰਿਗਰੈਸਿਵ ਆ ਕਿ ਕੁਝ ਅਰਥਸ਼ਾਸਤਰੀ ਇਸ ਤਰ੍ਹਾਂ ਦੇ ਹੁੰਦੇ ਆ, ਕੁਝ ਅਰਥਸ਼ਾਸਤਰੀਆਂ ਦਾ ਕਹਿਣਾ ਕਿ ਇਹ ਕਰ ਅਵਰੋਹੀ ਹੁੰਦੇ ਆ। ਇਹਨਾਂ ਦਾ ਭਾਰ ਅਮੀਰਾਂ 'ਤੇ ਘੱਟ ਅਤੇ ਗਰੀਬਾਂ 'ਤੇ ਜ਼ਿਆਦਾ ਪੈਂਦਾ, ਕਿਉਂਕਿ ਗਰੀਬ ਲੋਕ ਜ਼ਿਆਦਾ ਖਰੀਦਦੇ ਆ, ਬਿਲਾਸਤਾ ਦੀਆਂ ਵਸਤੂਆਂ ਤਾਂ ਲੋਕ ਘੱਟ ਹੀ ਖਰੀਦਦੇ ਆ। ਇਹ ਸਰਟੇਨ ਵੀ ਨਹੀਂ ਹੁੰਦੇ, ਗੌਰਮੈਂਟ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਨੂੰ ਟੈਕਸ ਕਿੰਨਾ ਆਏਗਾ, ਕਿਉਂਕਿ ਪ੍ਰੋਡਕਟ ਵਿਕੇਗਾ, ਦੈਨ ਉਸ ਤੋਂ ਬਾਅਦ ਉਹਦੀ ਜਿਹੜੀ ਇਨਕਮ ਤੋਂ ਜਿਹੜਾ ਸ਼ੌਪਕੀਪਰ ਆ ਉਹ ਪੇ ਕਰੇਗਾ। ਇਸ ਲਈ ਨਿਸ਼ਚਿਤ ਨਹੀਂ ਹੁੰਦੇ ਕਿੰਨੀ ਵਸਤੂ ਦੀ ਮੰਗ ਹੋਏਗੀ ਅਤੇ ਕਦੋਂ ਉਹ ਪ੍ਰੋਡਕਟ ਦਾ ਪ੍ਰਾਈਸ ਜਿਹੜਾ ਆਏਗਾ ਅਤੇ ਕਦੋਂ ਇਨਕਮ ਟੈਕਸ ਪੇ ਹੋਏਗਾ ਅਤੇ ਕਿੰਨੀ ਆਮਦਨ ਹੋਏਗੀ, ਕੁਛ ਨਿਸ਼ਚਿਤ ਨਹੀਂ ਹੁੰਦਾ। ਅਨਇਕਨੋਮਿਕਲ ਹੁੰਦੇ ਆ, ਇਹ ਵੀ ਮੰਨਿਆ ਜਾਂਦਾ ਕਿ ਇਹਨਾਂ ਨੂੰ ਇਕੱਠਾ ਕਰਨ 'ਤੇ ਕਾਫੀ ਧਨ ਖਰਚ ਕਰਨਾ ਪੈਂਦਾ। ਪਬਲਿਕ ਸਪਿਰਿਟ ਨਹੀਂ ਹੁੰਦੀ, ਕਿ ਇਹ ਮੰਨਿਆ ਜਾਂਦਾ ਕਿ ਜਿੰਨੀ ਪਬਲਿਕ ਸਪਿਰਿਟ, ਜਿੰਨੀ ਨਾਗਰਿਕ ਚੇਤਨਤਾ ਇਨਕਮ ਟੈਕਸ ਪੇ ਕਰਦੇ ਟਾਈਮ ਆਉਂਦੀ ਆ, ਉਹ ਇੰਡਾਇਰੈਕਟ ਟੈਕਸ, ਸੇਲਸ ਟੈਕਸ ਪੇ ਕਰਨ ਟਾਈਮ ਨਹੀਂ ਆਉਂਦੀ। ਪ੍ਰੋਡਕਸ਼ਨ ਦੇ ਉੱਤੇ ਇਹਦਾ ਨੈਗੇਟਿਵ ਇੰਪੈਕਟ ਪੈਂਦਾ, ਕਿਉਂਕਿ ਜਦੋਂ ਪ੍ਰਾਈਸ ਵਧੇਗਾ ਤਾਂ ਡਿਮਾਂਡ ਘਟਾ ਦਿੱਤੀ ਜਾਂਦੀ ਹੈ, ਅਤੇ ਜਦੋਂ ਡਿਮਾਂਡ ਘਟੇਗੀ ਤਾਂ ਪ੍ਰੋਡਕਸ਼ਨ ਘਟਾ ਦਿੱਤੀ ਜਾਂਦੀ ਹੈ। ਅਤੇ ਲੋਕ ਕਰਾਂ ਤੋਂ ਬਚਣ ਦੇ ਲਈ ਵੀ ਬਹੁਤ ਸਾਰੇ ਮੈਥਡਸ ਅਡੋਪਟ ਕਰ ਲੈਂਦੇ ਆ, ਲਾਈਕ ਕੈਸ਼ ਮੀਮੋ ਗ੍ਰਾਹਕ ਨੂੰ ਦਿੰਦੇ ਹੀ ਨਹੀਂ ਆ, ਅਤੇ ਸਰਕਾਰ ਇਸ ਤਰ੍ਹਾਂ ਵਿਕਰੀ ਕਰ ਵੀ ਉਹ ਸਰਕਾਰ ਨੂੰ ਨਹੀਂ ਦਿੰਦੇ ਕਈ ਵਾਰ ਸ਼ੌਪਕੀਪਰ। ਅਤੇ ਇਸ ਤਰ੍ਹਾਂ ਫਿਰ ਜਦੋਂ ਤੁਹਾਡਾ ਸੇਲਸ ਟੈਕਸ ਕਰਕੇ ਪ੍ਰਾਈਸ ਵੱਧ ਜਾਏਗਾ ਅਤੇ ਇਹਦੇ ਨਾਲ ਤੁਹਾਡੀ ਉਹਨਾਂ ਪ੍ਰੋਡਕਟ ਖਰੀਦਣ ਦੇ ਲਈ ਇਨਕਮ ਜ਼ਿਆਦਾ ਖਰਚ ਹੋ ਜਾਏਗੀ, ਜਿਹਦੇ ਨਾਲ ਤੁਹਾਡੀ ਜਿਹੜੀ ਸੇਵਿੰਗਸ ਆ ਉਹਦੇ 'ਤੇ ਨੈਗੇਟਿਵ ਇੰਪੈਕਟ ਪਏਗਾ, ਔਰ ਜਿਸ ਦੇ ਸਿੱਟੇ ਵਜੋਂ ਜਿਹੜੀ ਬੱਚਤ ਆ ਉਹ ਨਿਰਉਤਸ਼ਾਹਿਤ ਹੁੰਦੀ ਆ, ਔਰ ਨੈਗੇਟਿਵ ਇੰਪੈਕਟ ਜਿਹੜਾ ਉਹ ਪਏਗਾ ਸੇਵਿੰਗ ਦੇ ਉੱਪਰ, ਦੈਨ ਉਹ ਨੈਗੇਟਿਵ ਇੰਪੈਕਟ ਇਨਵੈਸਟਮੈਂਟ 'ਤੇ ਪਏਗਾ, ਕੈਪੀਟਲ ਫਾਰਮੇਸ਼ਨ 'ਤੇ ਪਏਗਾ, ਇਕਨੋਮਿਕ ਡਿਵੈਲਪਮੈਂਟ 'ਤੇ ਪਏਗਾ, ਅਤੇ ਓਵਰਆਲ ਇਕੋਨਮੀ ਦੇ ਉੱਤੇ ਨੈਗੇਟਿਵ ਇੰਪੈਕਟ ਪੈ ਜਾਂਦਾ ਇਹ ਇੰਡਾਇਰੈਕਟ ਟੈਕਸਿਸ ਦਾ। ਇਸੀ ਇੰਡਾਇਰੈਕਟ ਟੈਕਸਿਸ ਦੇ ਫਾਇਦੇ ਅਤੇ ਨੁਕਸਾਨ। ਇਸ ਤੋਂ ਅਗਲਾ ਟੌਪਿਕ ਜਿਹੜਾ ਹੈਗਾ ਉਹ ਹੈਗਾ ਡਾਇਰੈਕਟ ਅਤੇ ਇੰਡਾਇਰੈਕਟ ਟੈਕਸਿਸ ਦੇ ਵਿੱਚ ਅੰਤਰ ਕੀ ਹੈ। ਇਹ ਅੰਤਰ ਹੈ ਜਿਹੜਾ ਇਹ ਤੁਸੀਂ ਆਪ ਕਰੋਗੇ ਅਤੇ ਇੱਕ ਵਾਰ ਦੇਖੋਗੇ, ਫਿਰ ਮੈਂ ਅਦਰਵਾਈਜ਼ ਤੁਹਾਡੇ ਨਾਲ ਕੱਲ੍ਹ ਥੋੜ੍ਹਾ ਜਿਹਾ ਡਿਸਕਸ ਕਰਾਂਗੀ ਇਹਦੇ ਬਾਰੇ। ਥੈਂਕ ਯੂ।